ਸਤਨਾਮ ਵਾਹਿਗੁਰੂ ਸਾਹਿਬ ਜੀ। ਲਸਕਰ ਅੰਦਰ ਲਾਡੂਲੇ, ਪਾਤਸ਼ਾਹ ਜਾਏ ਸਾਹਿਜਾਦੇ। ਪਾਤਸ਼ਾਹ ਅੱਗੇ ਚੜ੍ਹਨ, ਪਿੱਛੇ ਸਭ ਉਮਰਾਓ ਪਿਆਦੇ। ਬਣ ਬਣ ਆਵਨ ਤਾਇਫੇ, ਹੋਏ ਸਾਹਿਜਾਦੇ ਸਾਧ ਮੁਰਾਦੇ। ਖਿਜਮਤ ਗਾਰ ਵਡੀਰੀ ਅਨ, ਦਰਗਹਿ ਹੋਨ ਖੁਆਰ ਕੁਆਦੇ। ਅੱਗੇ ਢੋਈ ਸੇ ਲਹਿਨ, ਸੇਵਾ ਅੰਦਰ ਕਾਰ ਕੁਸਾਦੇ। ਪਾਤਸ਼ਾਹਾਂ ਪਾਤਸ਼ਾਹ ਸੋ, ਗੁਰਮੁਖ ਵਰਤੈ ਗੁਰ ਪ੍ਰਸਾਦੇ। ਸਾਹ ਸੁਹੇਲੇ ਆਦਿ ਜੁਗਾਦੇ, ਸਾਹ ਸੁਹੇਲੇ ਆਦਿ ਜੁਗਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਪੰਜਵੀਂ ਵਾਰ ਦੀ 11ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਇਸ 11ਵੀਂ ਪੌੜੀ ਦੇ ਵਿੱਚ ਉਪਦੇਸ਼ ਬਖਸ਼ਦੇ ਹੈ। ਜਿਹੜੇ ਗੁਰਮੁਖ ਪਿਆਰੇ ਹਨ, ਗੁਰੂ ਦੇ ਹੁਕਮ ਦੇ ਵਿੱਚ ਰਹਿਣ ਵਾਲੇ, ਉਹ ਲੋਕ ਪਰਲੋਕ ਦੇ ਵਿੱਚ ਵੱਡਾ ਸਤਿਕਾਰ ਪਾਉਂਦੇ ਹੈ। ਜਿਵੇਂ ਪਾਤਸ਼ਾਹਾਂ ਦੇ ਅੱਗੇ ਪੁੱਤਰ ਰਾਜਕੁਮਾਰ ਹੁੰਦੇ ਹੈ, ਸ਼ਹਿਜ਼ਾਦੇ ਹੁੰਦੇ ਹੈ, ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ, ਗੁਰੂ ਦੇ ਪੁੱਤਰ, ਉਹ ਵੱਡੇ ਹਨ, ਸਤਿਕਾਰਯੋਗ ਹਨ, ਸ਼ਹਿਜ਼ਾਦਿਆਂ ਦੀ ਨਿਆਈ ਹਨ ਅਤੇ ਰੱਬੀ ਦਰਗਾਹ ਦੇ ਵਿੱਚ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਸੋ ਆਓ ਭਾਈ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਲਸਕਰ ਅੰਦਰ ਲਾਡੂਲੇ, ਪਾਤਸ਼ਾਹ ਜਾਏ ਸਾਹਿਜਾਦੇ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਜਿਵੇਂ ਕੋਈ ਪਾਤਸ਼ਾਹ ਹੁੰਦਾ ਹੈ, ਉਹਦੀ ਫੌਜ ਹੁੰਦੀ ਹੈ। ਫੌਜ ਦੇ ਵਿੱਚ ਪਾਤਸ਼ਾਹਾਂ ਦੇ ਜਾਏ ਹੋਏ, ਜਨਮੇ ਹੋਏ ਜਿਹੜੇ ਪਾਤਸ਼ਾਹਾਂ ਦੇ ਪੁੱਤਰ ਹਨ, ਲਾਡਲੇ ਉਹਨਾਂ ਦੇ ਪੁੱਤਰ, ਉਹ ਸ਼ਹਿਜ਼ਾਦੇ ਹੁੰਦੇ ਹੈ। ਜਿੱਥੇ ਫੌਜ ਦੇ ਵਿੱਚ ਆਮ ਸਿਪਾਹੀ ਹੁੰਦੇ ਹੈ, ਹੋਰ ਅਹੁਦਿਆਂ ਦੇ ਉੱਤੇ ਹੋਰ ਜਿਹੜੇ ਅਧਿਕਾਰੀ ਹੁੰਦੇ ਹੈ, ਪਰ ਫੌਜ ਦੇ ਵਿੱਚ ਪਾਤਸ਼ਾਹਾਂ ਦੇ ਜਿਹੜੇ ਲੜਕੇ ਨੇ, ਉਹਨਾਂ ਦੇ ਜਿਹੜੇ ਪੁੱਤਰ ਨੇ, ਉਹ ਲਾਡਲੇ ਸ਼ਹਿਜ਼ਾਦੇ ਵੀ ਹੁੰਦੇ ਹੈ। ਪਾਤਸ਼ਾਹ ਅੱਗੇ ਚੜ੍ਹਨ, ਪਿੱਛੇ ਸਭ ਉਮਰਾਓ ਪਿਆਦੇ।
ਜਦੋਂ ਕੋਈ ਵੱਡਾ ਪਾਤਸ਼ਾਹ ਅਸਵਾਰ ਹੋ ਕਰਕੇ ਚੜ੍ਹ ਕੇ ਅੱਗੇ ਜਾਂਦਾ ਹੈ ਤਾਂ ਫਿਰ ਉਹਦੇ ਪਿੱਛੇ ਸਾਰੇ ਉਮਰਾਓ ਵਜ਼ੀਰ, ਫੌਜਦਾਰ, ਅਮੀਰ ਕਹਿ ਲਓ। ਉਮਰਾਓ ਤੋਂ ਭਾਵ ਫੌਜਦਾਰ, ਅਮੀਰ, ਉਹਦੇ ਪਿੱਛੇ ਜਾਂਦੇ ਹੈ। ਪਾਤਸ਼ਾਹ ਜਦੋਂ ਚੜ੍ਹਦਾ ਹੈ, ਸਵਾਰ ਹੋ ਕੇ ਜਾਂਦਾ ਹੈ, ਫੌਜਦਾਰ, ਅਮੀਰ ਅਤੇ ਉਹਦੇ ਤੋਂ ਪਿੱਛੇ ਫਿਰ ਜਿਹੜੇ ਪਿਆਦੇ ਪੈਦਲ ਸਿਪਾਹੀ ਹੁੰਦੇ ਹੈ ਉਹ ਚੱਲਦੇ ਹੈ। ਬਣ ਬਣ ਆਵਨ ਤਾਇਫੇ, ਓਏ ਸਾਹਿਜਾਦੇ ਸਾਧ ਮੁਰਾਦੇ। ਜਿਹੜੇ ਤਾਇਫੇ ਵੇਸ਼ਵਾਵਾਂ ਦੇ ਟੋਲਿਆਂ ਨੂੰ ਵੀ ਕਹਿੰਦੇ ਹੈ, ਜਾਂ ਜਿਹੜੇ ਮੁਜਰੇ ਕਰਦੇ ਹੈ, ਮੁਜਰਾ ਹੁੰਦਾ ਉਸ ਨੂੰ ਕਿਹਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਸ਼ਵਾਵਾਂ ਦੇ ਟੋਲੇ, ਮੁਜਰੇ ਕਰਨ ਵਾਲੇ, ਉਹ ਬਹੁਤ ਬਣ ਠਣ ਕੇ ਆਉਂਦੇ ਹੈ, ਬਣ ਫੱਬ ਕੇ ਆਉਂਦੇ ਹੈ। ਲੋਕ ਸਾਡੇ ਵੱਲ ਵੇਖਣ, ਅਸੀਂ ਸੋਹਣੇ ਲੱਗੀਏ। ਉਹ ਤਾਂ ਕਈ ਤਰ੍ਹਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਵਸਤਰ ਪਾਉਂਦੇ ਹੈ, ਹਾਰ ਸ਼ਿੰਗਾਰ ਕਰਦੇ ਹੈ। ਪਰ ਜਿਹੜੇ ਪਾਤਸ਼ਾਹਾਂ ਦੇ ਸ਼ਹਿਜ਼ਾਦੇ ਹੁੰਦੇ ਹੈ, ਸਾਧ ਮੁਰਾਦੇ, ਉਹ ਸਾਧ ਮੁਰਾਦੇ ਨੇ, ਪਰ ਫਿਰ ਵੀ ਸੋਹਣੇ ਲੱਗਦੇ ਹੈ, ਕਿਉਂਕਿ ਪਾਤਸ਼ਾਹ ਦਾ ਪੁੱਤਰ ਹੈ। ਕੋਈ ਚੱਕਰਵਰਤੀ ਪਾਤਸ਼ਾਹ ਹੈ, ਕਿਸੇ ਕੋਲ ਬਹੁਤ ਵੱਡਾ ਖਿੱਤਾ ਹੈ, ਰਾਜ ਹੈ, ਅਤੇ ਪਾਤਸ਼ਾਹ ਨੇ ਕੀ ਕਰਨਾ ਹੁੰਦਾ, ਆਪਣੇ ਪੁੱਤਰ ਨੂੰ ਹੀ ਰਾਜ ਭਾਗ ਦੇਣਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ ਜਿਹੜੇ ਵੇਸ਼ਵਾਵਾਂ ਦੇ ਟੋਲੇ ਹੈ ਉਹ ਕਈ ਬਣ ਕੇ ਫੱਬ ਕੇ ਆਉਂਦੇ ਹੈ, ਪਰ ਜਿਹੜੇ ਰਾਜ ਕੰਵਰ ਹੁੰਦੇ ਹੈ ਨਾ ਪਾਤਸ਼ਾਹਾਂ ਦੇ ਪੁੱਤਰ, ਉਹ ਸਾਧ ਮੁਰਾਦੇ ਰਹਿੰਦੇ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਸਭ ਤੋਂ ਵੱਡੇ ਹਨ। ਗੁਰੂ ਸੱਚਾ ਪਾਤਸ਼ਾਹ ਹੈ, ਅਤੇ ਜਿਹੜਾ ਗੁਰੂ ਦਾ ਸਿੱਖ ਹੈ, ਗੁਰਮੁਖ ਹੈ, ਉਹ ਗੁਰੂ ਦਾ ਪੁੱਤਰ ਹੈ। ਅਸੀਂ ਸਾਰੇ ਗੁਰੂ ਦੇ ਪੁੱਤਰ ਹਾਂ। ਇੰਨੀ ਵਡਿਆਈ ਸਤਿਗੁਰੂ ਬਖਸ਼ਦੇ ਹੈ। ਜਿਵੇਂ ਪਾਤਸ਼ਾਹਾਂ ਦੇ ਪੁੱਤਰ ਸ਼ਹਿਜ਼ਾਦੇ ਹੁੰਦੇ ਹੈ, ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਦਾ ਪੁੱਤਰ ਹੈ, ਸ਼ਹਿਜ਼ਾਦਾ ਹੈ। ਸਾਧ ਮੁਰਾਦਾ, ਸਿੱਧਾ ਸਾਦਾ ਰਹਿੰਦਾ ਹੋਇਆ ਵੀ ਸਿੱਖ ਜਿਹੜਾ ਨਾ ਸੋਹਣਾ ਲੱਗਦਾ ਹੈ। ਮਹਾਰਾਜ ਨੇ ਜੋ ਮਰਿਆਦਾ ਦਿੱਤੀ, ਉਸ ਮਰਿਆਦਾ ਦੇ ਵਿੱਚ ਰਹਿੰਦਾ ਹੋਇਆ ਸਿੱਖ, ਉਹਦਾ ਜੀਵਨ ਬੜਾ ਸੋਹਣਾ ਹੈ। ਉਹ ਸਾਦੇ ਕੱਪੜਿਆਂ ਦੇ ਵਿੱਚ ਵੀ ਸੋਹਣਾ ਲੱਗਦਾ ਹੈ। ਉਹਦੇ ਕੋਲ ਹਾਰ ਸ਼ਿੰਗਾਰ ਕਿਹੜਾ, ਜੋ ਗੁਰੂ ਨੇ ਬਖਸ਼ਿਆ 5 ਕਕਾਰ, ਇਹ ਉਹਦੀਆਂ ਸੁਹਾਗਣ ਦੀਆਂ ਨਿਸ਼ਾਨੀਆਂ ਨੇ ਸਿੱਖ ਦੀਆਂ। ਸੋ ਸਿੱਖ ਜਿਹੜਾ ਨਾ ਗੁਰੂ ਦਾ ਪੁੱਤਰ ਹੈ, ਉਹ ਸਾਧ ਮੁਰਾਦਾ ਵੀ ਸੋਹਣਾ ਲੱਗਦਾ ਹੈ। ਦੂਜੇ ਪਾਸੇ ਮਨਮੁਖ ਭਾਵੇਂ ਲੱਖ ਸ਼ਿੰਗਾਰ ਕਰਨ, ਭਾਈ ਗੁਰਦਾਸ ਜੀ ਕਹਿੰਦੇ ਉਹ ਨੇ ਤਾਇਫੇ, ਵੇਸ਼ਵਾਵਾਂ ਦੇ ਟੋਲਿਆਂ ਦੀ ਨਿਆਈ। ਖਿਜਮਤ ਗਾਰ ਵਡੀਰੀਆਂ, ਦਰਗਹਿ ਹੋਣ ਖੁਆਰ ਕੁਆਦੇ। ਜਿਹੜੇ ਖਿਜਮਤਗਾਰ ਨੇ, ਦ੍ਰਿਸ਼ਟਾਂਤ ਭਾਵੇਂ ਬਾਹਰ ਦਾ ਦਿੰਦੇ ਹੈ ਵੀ ਪਾਤਸ਼ਾਹਾਂ ਦੇ ਜਿਹੜੇ ਖਿਜਮਤਗਾਰ, ਉਹਨਾਂ ਦੀ ਸੇਵਾ ਕਰਨ ਵਾਲੇ, ਉਹਨਾਂ ਨੂੰ ਵਡਿਆਈ ਮਿਲਦੀ ਹੈ। ਅਤੇ ਜਿਹੜੇ ਕੋਈ ਅੱਗੋਂ ਪਾਤਸ਼ਾਹ ਨੂੰ ਜਵਾਬ ਦੇ ਦਿੰਦੇ ਹੈ, ਜਦੋਂ ਪਾਤਸ਼ਾਹ ਕੋਈ ਹੁਕਮ ਕਰਦਾ ਨਾ, ਉਹਨੂੰ ਅੱਗੋਂ ਜਵਾਬ ਦੇ ਦਿੰਦੇ ਆ ਵੀ ਅਸੀਂ ਨਹੀਂ ਇਹ ਕੰਮ ਕਰਨਾ, ਅਤੇ ਫਿਰ ਉਹਨੂੰ ਸਜ਼ਾ ਵੀ ਮਿਲਦੀ ਹੈ ਨਾ, ਖੁਆਰੀ ਵੀ ਹੁੰਦੀ ਹੈ ਉਸ ਦੀ। ਇਸੇ ਤਰ੍ਹਾਂ ਜਿਹੜੇ ਤਾਂ ਗੁਰੂ ਦਾ ਹੁਕਮ ਮੰਨਦੇ ਹੈ, ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਦਰ ਤੋਂ ਵਡਿਆਈ ਮਿਲਦੀ ਹੈ। ਅਤੇ ਜਿਹੜੇ ਗੁਰੂ ਦੇ ਹੁਕਮ ਦੇ ਸਾਹਮਣੇ ਜਵਾਬ ਦੇ ਦਿੰਦੇ ਹੈ, ਗੁਰੂ ਦਾ ਬਚਨ ਨਹੀਂ ਮੰਨਦੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਫਿਰ ਉਹ ਰੱਬੀ ਦਰਗਾਹ ਦੇ ਵਿੱਚ ਜਵਾਬ ਦੇਣ ਵਾਲੇ ਖੁਆਰ ਹੁੰਦੇ ਹੈ, ਉਹਨਾਂ ਦੀ ਖੁਆਰੀ ਹੁੰਦੀ ਹੈ। ਗੁਰਬਾਣੀ ਦਾ ਬਚਨ ਹੈ, ਸਲਾਮ ਜਵਾਬ ਦੋਵੈ ਕਰੇ, ਮੁੰਡਹੁ ਕੁੱਥਾ ਜਾਏ। ਇੱਕ ਪਾਸੇ ਸਲਾਮ ਵੀ ਕਰਦਾ ਹੈ ਰਾਜੇ ਨੂੰ, ਦੂਜੇ ਪਾਸੇ ਪਾਤਸ਼ਾਹ ਰਾਜਾ ਜਦੋਂ ਕੋਈ ਹੁਕਮ ਕਰਦਾ ਜਵਾਬ ਦੇ ਦਿੰਦਾ ਵੀ ਮੈਂ ਗੱਲ ਨਹੀਂ ਮੰਨਣੀ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹੈ ਵੀ ਗੁਰੂ ਨੂੰ ਨਮਸਕਾਰ ਵੀ ਕਰਦਾ ਹੈ, ਮੱਥਾ ਵੀ ਟੇਕਦਾ ਹੈ, ਅਤੇ ਜਵਾਬ ਵੀ ਦਿੰਦਾ, ਹੁਕਮ ਵੀ ਨਹੀਂ ਮੰਨਦਾ, ਗੁਰੂ ਦਾ ਬਚਨ ਵੀ ਨਹੀਂ ਮੰਨਦਾ। ਸਲਾਮ ਜਵਾਬ
ਦੋਵੈ ਕਰੇ, ਮੁੰਡਹੁ ਕੁੱਥਾ ਜਾਏ, ਉਹ ਤਾਂ ਮੁੱਢ ਤੋਂ ਹੀ ਖੁੰਝਿਆ ਹੋਇਆ ਹੈ। ਮੱਥਾ ਟੇਕ ਲਿਆ, ਬਚਨ ਨਹੀਂ ਮੰਨਿਆ, ਫਿਰ ਵੀ ਰੱਬੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲੇਗੀ। ਇਸ ਲਈ ਮੱਥਾ ਟੇਕਣ ਦਾ ਮਤਲਬ ਹੀ ਇਹ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ, ਜੋ ਤੁਹਾਡਾ ਹੁਕਮ, ਜੋ ਤੁਹਾਡਾ ਬਚਨ ਹੈ, ਮੈਂ ਉਸ ਨੂੰ ਸਿਰ ਮੱਥੇ ਮੰਨਦਾ ਹਾਂ, ਮੈਂ ਉਸ ਬਚਨ 'ਤੇ ਪਹਿਰਾ ਦਿਆਂਗਾ। ਇਹ ਮਤਲਬ ਹੁੰਦਾ ਮੱਥਾ ਟੇਕਣ ਦਾ। ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੀ ਖਿਦਮਤ ਵਿੱਚ ਹਾਜ਼ਰ ਰਹਿੰਦੇ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਉਹ ਫਿਰ ਰੱਬੀ ਦਰਗਾਹ ਵਿੱਚ ਸਤਿਕਾਰ ਪਾਉਂਦੇ ਹੈ। ਸੋ ਅਤੇ ਜਿਹੜੇ ਜਵਾਬ ਦਿੰਦੇ ਹੈ ਕੁਆਦੇ, ਹੁਕਮ ਨਹੀਂ ਮੰਨਦੇ ਗੁਰੂ ਦਾ, ਉਹ ਦਰਗਾਹ ਦੇ ਵਿੱਚ ਖੁਆਰ ਹੋ ਜਾਂਦੇ ਹੈ। ਸੇਵਾ ਕਰਨ ਵਾਲੇ, ਉਹਨਾਂ ਨੂੰ ਵਡਿਆਈ ਮਿਲਦੀ ਹੈ। ਅੱਗੇ ਢੋਈ ਸੇ ਲਹਿਨ, ਸੇਵਾ ਅੰਦਰ ਕਾਰ ਕੁਸਾਦੇ। ਗੁਰਮੁਖਾਂ ਦੀ ਗੱਲ ਕਰਦੇ ਹੈ। ਅੱਗੇ ਰੱਬੀ ਦਰਗਾਹ ਦੇ ਵਿੱਚ ਉਹੀ ਢੋਈ ਪ੍ਰਾਪਤ ਕਰਦੇ ਹੈ। ਕਿਹੜੇ? ਸੇਵਾ ਅੰਦਰ ਕਾਰ ਕੁਸਾਦੇ, ਜਿਹੜੇ ਦਿਲ ਖੋਲ੍ਹ ਕੇ ਸੇਵਾ ਵਿੱਚ ਲੱਗੇ ਹੋਏ ਹੈ। ਗੁਰੂ ਦੀ ਸੇਵਾ ਕਰਦੇ ਹੈ, ਸਾਧ ਸੰਗਤ ਦੀ ਸੇਵਾ ਕਰਦੇ ਹੈ, ਗੁਰਮੁਖਾਂ ਦੀ ਸੇਵਾ ਕਰਦੇ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਹ ਭਾਵਨਾ ਰੱਖ ਕੇ ਸੇਵਾ ਕਰਦੇ ਹੈ। ਸੇਵਾ ਕਰਨ ਵਾਲੇ ਕੁਸਾਦੇ ਤੋਂ ਭਾਵ ਹੁੰਦਾ ਹੈ ਦਿਲ ਖੋਲ੍ਹ ਕੇ ਸੇਵਾ ਕਰਨੀ, ਮਨ ਦੀ ਤੰਗੀ ਦੂਰ ਕਰ ਦੇਣੀ, ਦਿਲ ਲਾ ਕੇ ਪ੍ਰੇਮ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਕਰਨੀ। ਐਸੇ ਜਿਹੜੇ ਸੇਵਾ ਕਰਨ ਵਾਲੇ ਨੇ, ਉਹ ਅੱਗੇ ਰੱਬੀ ਦਰਗਾਹ ਵਿੱਚ ਢੋਈ ਪ੍ਰਾਪਤ ਕਰਦੇ ਹੈ। ਪਾਤ ਸਾਹਾਂ ਪਾਤ ਸਾਹੋ ਸੋ, ਗੁਰਮੁਖ ਵਰਤੈ ਗੁਰ ਪ੍ਰਸਾਦੇ। ਪਾਤਸ਼ਾਹਾਂ ਦਾ ਵੀ ਪਾਤਸ਼ਾਹ ਉਹ ਹੈ, ਉਹ ਗੁਰਮੁਖ ਪਿਆਰਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਕੌਣ? ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਵਰਤਦਾ ਹੈ। ਗੁਰੂ ਨੇ ਜੋ ਮਰਿਆਦਾ ਦੀ ਇੱਕ ਲਕੀਰ ਖਿੱਚੀ ਹੈ, ਉਹਦੇ ਵਿੱਚ ਰਹਿ ਕੇ ਜਿਹੜਾ ਵਰਤਦਾ ਹੈ, ਮਹਾਰਾਜ ਜੀ ਕਹਿੰਦੇ ਉਹ ਗੁਰਮੁਖ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਵੱਡੇ ਰਾਜਿਆਂ ਮਹਾਰਾਜਿਆਂ ਦਾ ਵੀ ਵੱਡਾ ਰਾਜਾ ਹੈ। ਇੰਨਾ ਸਤਿਕਾਰ ਸਤਿਗੁਰੂ ਗੁਰਮੁਖ ਨੂੰ ਦਿੰਦੇ ਹੈ। ਅਤੇ ਬਾਣੀ ਵਿੱਚ ਵੀ ਅਸੀਂ ਸਾਹਿਬ ਦੇ ਇਹ ਬਚਨ ਪੜ੍ਹਦੇ ਹਾਂ ਗੁਰਬਾਣੀ ਅੰਦਰ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ। ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਵੇਖੋ ਬਾਹਰ ਦੀ ਭਾਵੇਂ ਗਰੀਬੀ ਹੋਵੇ, ਕੋਈ ਧਨ ਨਹੀਂ, ਕੋਈ ਦੌਲਤ ਨਹੀਂ, ਕੋਈ ਮਿੱਤਰ ਪਿਆਰਾ ਵੀ ਨਹੀਂ, ਤਨ 'ਤੇ ਪਾਉਣ ਵਾਲੇ ਕੱਪੜੇ ਵੀ ਫਟੇ ਹੋਏ ਨੇ, ਪਰ ਜੇ ਉਹਦਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਭਿੱਜਾ ਹੋਇਆ, ਸਾਹਿਬ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਪਾਤਸ਼ਾਹਾਂ ਦਾ ਉਹ ਪਾਤਸ਼ਾਹ ਹੈ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਵਰਤਦਾ ਹੈ। ਸਾਹ ਸੁਹੇਲੇ ਆਦ ਜੁਗਾਦੇ, ਅਤੇ ਉਹ ਗੁਰਮੁਖ ਪਿਆਰੇ ਵੱਡੇ ਸ਼ਾਹ ਹਨ, ਵੱਡੇ ਸ਼ਾਹੂਕਾਰ ਨੇ, ਅਤੇ ਉਹ ਸਦਾ ਹੀ ਸੁਖੀ ਰਹਿੰਦੇ ਹੈ। ਆਦ ਜੁਗਾਦੇ, ਆਦ ਤੋਂ, ਸ਼ੁਰੂ ਤੋਂ, ਜੁਗਾਦ ਜਦੋਂ ਤੋਂ ਯੁੱਗ ਸ਼ੁਰੂ ਹੋਏ, ਭਾਵ ਹਰ ਵੇਲੇ ਸਦਾ ਹੀ ਉਹ ਗੁਰਮੁਖ ਪਿਆਰੇ ਸੁਖੀ ਰਹਿੰਦੇ ਹੈ। ਸੋ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਗੁਰੂ ਦੇ ਪੁੱਤਰ ਵੱਡੇ ਸ਼ਾਹਜ਼ਾਦੇ ਹਨ, ਲੋਕ ਪਰਲੋਕ ਵਿੱਚ ਸਤਿਕਾਰ ਪਾਉਂਦੇ ਹੈ ਅਤੇ ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਤਾਰੇ ਲੱਖ ਹਨੇਰ ਵਿੱਚ, ਚੜ੍ਹਿਐ ਸੁੱਝ ਨਾ ਸੁੱਝੈ ਕੋਈ। ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਗੁਰੂ ਤੋਂ ਸਿੱਖਿਆ ਲੈਂਦੇ ਹੈ, ਸ਼ਬਦ ਨੂੰ ਹਿਰਦੇ ਵਿੱਚ ਵਸਾਉਂਦੇ ਹੈ, ਉਹ ਆਪਣੇ ਅੰਦਰ ਸ਼ਬਦ ਦਾ ਦੀਵਾ ਬਾਲਦੇ ਹੈ। ਤਾਰੇ ਲੱਖ ਹਨੇਰ ਵਿੱਚ, ਭਾਈ ਸਾਹਿਬ ਜੀ ਕਹਿੰਦੇ ਜਦੋਂ ਹਨੇਰਾ ਹੁੰਦਾ ਨਾ, ਰਾਤ ਹੁੰਦੀ ਹੈ,
ਹਨੇਰੇ ਵਿੱਚ ਸਾਨੂੰ ਲੱਖਾਂ ਹੀ ਅਣਗਿਣਤ ਤਾਰੇ ਆਕਾਸ਼ ਦੇ ਵਿੱਚ ਨਜ਼ਰ ਆਉਂਦੇ ਹੈ। ਚੜ੍ਹਿਆ ਸੁੱਜ, ਜਦੋਂ ਸੂਰਜ ਚੜ੍ਹਦਾ ਹੈ ਨਾ ਸੁੱਝੇ ਕੋਈ, ਫਿਰ ਕੋਈ ਨਹੀਂ ਦਿਸਦਾ। ਰਾਤ ਨੂੰ ਹਨੇਰੇ ਵਿੱਚ ਤਾਰੇ ਬਹੁਤ ਨਜ਼ਰ ਆਉਂਦੇ ਹੈ, ਪਰ ਸੂਰਜ ਦੇ ਚੜ੍ਹਨ ਦੇ ਨਾਲ ਸਾਰੇ ਅਲੋਪ ਹੋ ਜਾਂਦੇ ਹੈ, ਦਿਸਦੇ ਨਹੀਂ। ਇਸੇ ਤਰ੍ਹਾਂ ਸਿੱਖ ਹੈ ਜਿਹੜਾ ਗੁਰੂ ਦਾ ਪਿਆਰਾ ਗੁਰਮੁਖ ਹੈ, ਜਦੋਂ ਉਹਦੇ ਹਿਰਦੇ ਦੇ ਵਿੱਚ ਗੁਰੂ ਰੂਪ ਸੂਰਜ ਚੜ੍ਹਦਾ ਹੈ, ਗੁਰੂ ਪ੍ਰਕਾਸ਼ ਕਰਦਾ ਹੈ, ਤਾਂ ਫਿਰ ਉਹਦੇ ਅੰਦਰੋਂ ਹਨੇਰਾ ਦੂਰ ਹੋ ਜਾਂਦਾ ਹੈ। ਅਤੇ ਫਿਰ ਜਿੰਨੇ ਵੀ ਪਖੰਡੀ ਨੇ ਇਹ ਸਾਰੇ ਦੂਰ ਹੋ, ਉਹਨੂੰ ਸੋਝੀ ਆ ਜਾਂਦੀ ਹੈ, ਉਹਦੇ ਸਾਹਮਣੇ ਟਿਕਦੇ ਨਹੀਂ। ਸੂਰਜ ਦੇ ਚੜ੍ਹਿਆਂ ਤਾਰੇ ਨਜ਼ਰ ਨਹੀਂ ਆਉਂਦੇ। ਗੁਰਮੁਖ ਦੇ ਹਿਰਦੇ ਵਿੱਚ ਜਦੋਂ ਗੁਰੂ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ, ਤਾਰਿਆਂ ਦੇ ਨਿਆਈ ਜੋ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਨੇ ਇਹ ਸਾਰੀਆਂ ਦੂਰ ਹੋ ਜਾਂਦੀਆਂ ਨੇ। ਅਥਵਾ ਜਦੋਂ ਗੁਰੂ ਪ੍ਰਕਾਸ਼ ਕਰਦਾ ਹੈ ਅਤੇ ਤਾਰਿਆਂ ਦੀ ਨਿਆਈ ਜਿਹੜੇ ਪਖੰਡੀ ਨੇ ਨਾ, ਫਿਰ ਉਹ ਲੁਕ ਜਾਂਦੇ ਹੈ, ਛਿਪ ਜਾਂਦੇ ਹੈ। ਗੁਰੂ ਪਾਤਸ਼ਾਹ ਜੀ ਸੂਰਜ ਦੀ ਨਿਆਈ ਪ੍ਰਕਾਸ਼ ਕਰਕੇ ਉਹਨਾਂ ਦੇ ਪ੍ਰਕਾਸ਼ ਨੂੰ ਬਿਲਕੁਲ ਮੱਧਮ ਕਰ ਦਿੰਦੇ ਹੈ। ਫਿਰ ਲੋਕ ਸੂਰਜ ਦੇ ਪ੍ਰਕਾਸ਼ ਦੇ ਵਿੱਚ ਚੱਲਦੇ ਹੈ, ਉੱਠਦੇ ਬੈਠਦੇ ਹੈ ਅਤੇ ਗੁਰੂ ਸੂਰਜ ਨੂੰ ਨਮਸਕਾਰਾਂ ਕਰਦੇ ਹੈ। ਸੀਹੇ ਬੁਕੇ ਮਿਰਗਾਵਲੀ, ਭੰਨੀ ਜਾਏ ਨ ਆਏ ਖੜੋਈ। ਸੀਹੇ ਬੁਕੇ ਮਿਰਗਾਵਲੀ, ਜਦੋਂ ਸ਼ੇਰ ਜੰਗਲ ਦੇ ਵਿੱਚ ਗਰਜਦਾ ਹੈ, ਉੱਚੀ ਆਵਾਜ਼ ਕਰਦਾ ਹੈ, ਗੱਜਦਾ ਹੈ, ਤਾਂ ਜਿਹੜੀ ਮਿਰਗਾਂ ਦੀ ਹਿਰਨਾਂ ਦੀ ਡਾਰ ਹੈ, ਉਹਨਾਂ ਦੀ ਕਤਾਰ ਹੈ, ਉਹ ਭੱਜ ਜਾਂਦੀ ਹੈ, ਨਾ ਆਏ ਖੜੋਈ। ਅਤੇ ਜਿੱਥੇ ਸ਼ੇਰ ਬੁੱਕਦਾ ਉੱਥੇ ਆ ਕੇ ਖਲੋਂਦੀ ਨਹੀਂ ਹੈ। ਸ਼ੇਰ ਦੇ ਬੁੱਕਣ ਦੇ ਨਾਲ ਹਿਰਨਾਂ ਦੀ ਡਾਰ ਭੱਜ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸ਼ਬਦ ਗੱਜਦਾ ਹੈ ਨਾ, ਗੁਰੂ ਸ਼ਬਦ, ਤਾਂ ਜਿਹੜੇ ਵਿਕਾਰ ਹਿਰਨਾਂ ਦੀ ਡਾਰ ਦੀ ਨਿਆਈ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹੋਰ ਜਿਹੜੇ ਔਗਣ ਨੇ, ਨਿੰਦਿਆ, ਚੁਗਲੀ, ਇਹ ਸਾਰੇ ਹੀ ਭੱਜ ਜਾਂਦੇ ਹੈ। ਵਿਸਿਅਰ ਗਰੜੈ ਡਿਠਿਆ, ਖੁੱਡੀ ਵੜਦੇ ਲੱਖ ਪਲੋਈ। ਗਰੜ ਪੰਛੀ ਨੂੰ ਵੇਖ ਕੇ ਭਾਵੇਂ ਅੱਗੇ ਲੱਖਾਂ ਹੀ ਸੱਪ ਹੋਣ, ਵਿਸਿਅਰ ਗਰੜੈ ਡਿਠਿਆ, ਗਰੜ ਨੂੰ ਵੇਖ ਕਰਕੇ ਲੱਖਾਂ ਹੀ ਜਿਹੜੇ ਸੱਪ ਨੇ ਉਹ ਖੁੱਡ ਦੇ ਵਿੱਚ ਵੜ ਜਾਂਦੇ ਹੈ, ਪਲੋਈ ਦੌੜ ਕੇ ਨੱਸ ਕੇ, ਕਿਉਂਕਿ ਉਹਨਾਂ ਨੂੰ ਪਤਾ ਹੈ ਗਰੜ ਸਾਨੂੰ ਖਾ ਜਾਵੇਗਾ। ਸੋ ਸੱਪ ਲੱਖਾਂ ਹੀ ਖੁੱਡ ਵਿੱਚ ਵੜ ਜਾਂਦੇ ਹੈ ਗਰੜ ਪੰਛੀ ਨੂੰ ਵੇਖ ਕਰਕੇ। ਜਦੋਂ ਗੁਰਮੁਖ ਦਾ ਤੇਜ ਪ੍ਰਤਾਪ ਹੁੰਦਾ ਹੈ, ਫਿਰ ਪਖੰਡੀ ਵੀ ਖੁੱਡਾਂ ਵਿੱਚ ਵੜ ਜਾਂਦੇ, ਅਥਵਾ ਗੁਰੂ ਦੇ ਤੇਜ ਪ੍ਰਤਾਪ ਦੇ ਸਾਹਮਣੇ ਜਿਹੜੇ ਪਖੰਡੀ ਨੇ ਨਾ, ਉਹ ਲੁਕ ਛਿਪ ਜਾਂਦੇ ਹੈ। ਪੰਖੇਰੂ ਸਾਹਬਾਜ ਦੇਖ, ਢੁੱਕ ਨ ਹੰਗਣ ਮਿਲੈ ਨ ਢੋਈ। ਜਿਹੜੇ ਪੰਛੀ ਨੇ ਉਹ ਸ਼ਾਹਬਾਜ਼ ਨੂੰ, ਬਾਜ਼ ਨੂੰ ਵੇਖ ਕਰਕੇ, ਅਤੇ ਉਹ ਬਾਜ਼ ਦੇ ਫਿਰ ਨੇੜੇ ਨਹੀਂ ਹੁੰਦੇ, ਨੇੜੇ ਹੋਣ ਦੀ ਹਿੰਮਤ ਨਹੀਂ ਕਰ ਪਾਉਂਦੇ। ਢੁੱਕ ਨ ਹੰਗਣ, ਬਾਜ਼ ਦੇ ਨੇੜੇ ਹੋਣ ਦੀ ਹਿੰਮਤ ਨਹੀਂ ਕਰ ਪਾਉਂਦੇ, ਅਤੇ ਆਕਾਸ਼ ਦੇ ਵਿੱਚ ਉਹਨਾਂ ਨੂੰ ਲੁਕਣ ਵਾਸਤੇ ਕੋਈ ਥਾਂ ਨਹੀਂ ਮਿਲਦੀ। ਬਾਜ਼ ਉੱਡਦਾ ਹੈ ਅਤੇ ਪੰਛੀ ਫਿਰ ਇੱਧਰ ਉੱਧਰ ਉੱਡ ਕੇ ਦੌੜ ਕੇ ਜਾਂਦੇ ਹੈ ਵੀ ਬਾਜ਼ ਸਾਨੂੰ ਫੜ ਕੇ ਖਾ ਨਾ ਜਾਵੇ। ਚਾਰ ਵਿਚਾਰ ਸੰਸਾਰ ਵਿੱਚ, ਸਾਧ ਸੰਗਤ ਮਿਲ ਦੁਰਮਤ ਖੋਈ। ਇਸੇ ਹੀ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ, ਸੰਸਾਰ ਦੇ ਵਿੱਚ ਨਾ ਸਭ ਤੋਂ ਸੁੰਦਰ ਵਿਚਾਰ ਕਿੱਥੋਂ ਮਿਲਦੀ ਹੈ? ਸਾਧ ਸੰਗਤ ਦੇ ਵਿੱਚੋਂ। ਸਾਧ ਸੰਗਤ ਦੇ ਵਿੱਚੋਂ ਸਾਰਿਆਂ ਤੋਂ ਸੋਹਣੀ ਵਿਚਾਰ ਮਿਲਦੀ ਹੈ। ਸਾਧ ਸੰਗਤ ਮਿਲ ਦੁਰਮਤ ਖੋਈ। ਅਤੇ ਗੁਰਮੁਖ ਪਿਆਰੇ ਇਸ ਸੁੰਦਰ ਵਿਚਾਰ ਨੂੰ ਲੈਣ ਵਾਸਤੇ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠਦੇ ਹੈ ਅਤੇ ਆਪਣੇ ਅੰਦਰੋਂ ਦੁਰਮਤ, ਜਿਹੜੀ ਭੈੜੀ ਬੁੱਧੀ ਹੈ ਨਾ, ਉਹਨੂੰ ਦੂਰ ਕਰ ਲੈਂਦੇ ਹੈ। ਭੈੜੀ ਮੱਤ ਨੂੰ, ਦੁਰਮਤ,
ਭੈੜੀ ਮੱਤ ਜਿਹੜੀ ਹੈ ਉਸ ਨੂੰ ਦੂਰ ਕਰ ਦਿੰਦੇ ਹੈ ਅਤੇ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦੇ ਹੈ। ਸਭ ਤੋਂ ਸੋਹਣੀ ਵਿਚਾਰ ਸਾਧ ਸੰਗਤ ਵਿੱਚੋਂ ਮਿਲਦੀ ਹੈ। ਸਤਿਗੁਰ ਸੱਚਾ ਪਾਤਸ਼ਾਹ ਦੁਬਿਧਾ ਮਾਰ ਮਵਾਸਾ ਗੋਈ। ਸਤਿਗੁਰੂ ਜੀ ਸੱਚੇ ਪਾਤਸ਼ਾਹ ਹਨ, ਲੋਕ ਪਰਲੋਕ ਦੇ। ਇੱਥੇ ਵੀ ਰਾਖੇ ਨੇ, ਪਰਲੋਕ ਦੇ ਵਿੱਚ ਵੀ ਬਾਂਹ ਫੜਨ ਵਾਲੇ ਹੈ। ਦੁਬਿਧਾ ਮਾਰ ਮਵਾਸਾ ਗੋਈ। ਅਤੇ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਨਾ, ਮਹਾਰਾਜ ਜੀ ਉਹਦੇ ਅੰਦਰੋਂ ਦੁਬਿਧਾ ਨੂੰ ਮਾਰ ਮੁਕਾਉਂਦੇ ਨੇ। ਉਹਦੇ ਅੰਦਰ ਫਿਰ ਬਿਲਕੁਲ ਦੁਬਿਧਾ ਨਹੀਂ ਹੁੰਦੀ, ਦੁਐਸ਼ ਨਹੀਂ ਹੁੰਦੀ, ਖਤਮ ਕਰ ਦਿੰਦੇ ਆ। ਮਵਾਸਾ ਗੋਈ। ਅਤੇ ਜਿਹੜੇ ਮਵਾਸਾ ਆਕੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਇਹਨਾਂ ਸਾਰਿਆਂ ਨੂੰ ਹੀ ਗੁਰੂ ਅੰਦਰੋਂ ਨਾਸ਼ ਕਰ ਦਿੰਦੇ ਹੈ। ਐਸੀ ਕਿਰਪਾ ਕਰਦੇ ਗੁਰਮੁਖ ਦੇ ਉੱਤੇ, ਵਿਕਾਰ ਉਹਦੇ ਅੰਦਰੋਂ ਖਤਮ ਕਰ ਦਿੰਦੇ ਹੈ। ਗੁਰਮੁਖ ਜਾਤਾ ਜਾਣ ਜਣੋਈ। ਗੁਰਮੁਖ ਨੇ ਗੁਰੂ ਦੀ ਸੰਗਤ ਕਰਦਿਆਂ ਹੋਇਆਂ ਪਰਮਾਤਮਾ ਨੂੰ ਜਾਣਿਆ ਹੈ ਅਤੇ ਆਪ ਜਾਣ ਕੇ ਅਤੇ ਗੁਰਮੁਖ ਨੇ ਹੋਰਾਂ ਨੂੰ ਜਣਾਇਆ ਹੈ। ਜਿੱਥੇ ਉਹ ਆਪ ਜਾਣਦਾ ਹੈ ਉੱਥੇ ਹੋਰਾਂ ਨੂੰ ਵੀ ਜਣਾਉਂਦਾ ਹੈ, ਸਿੱਖਿਆ ਦਿੰਦਾ ਹੈ। ਐਸਾ ਗੁਰਮੁਖ ਹੁੰਦਾ ਹੈ। ਸੰਤਾਂ ਦੀ ਸੰਗਤ ਦੇ ਵਿੱਚ ਗਿਆਨ ਰੂਪ ਸੂਰਜ ਦੇ ਪ੍ਰਕਾਸ਼ ਹੋਣ ਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਚੜ੍ਹਨ ਦੇ ਨਾਲ ਤਾਰੇ, ਸ਼ੇਰ ਆਉਣ ਦੇ ਨਾਲ ਹਿਰਨ, ਗਰੁੜ ਦੇ ਅੱਗੇ ਸੱਪ, ਬਾਜ ਦੇ ਅੱਗੇ ਪੰਛੀ ਖਲੋ ਨਹੀਂ ਨਾ ਸਕਦੇ, ਇਸੇ ਤਰ੍ਹਾਂ ਗੁਰਮੁਖ ਦੇ ਅੱਗੇ ਭੇਖੀ, ਪਖੰਡੀ, ਅਗਿਆਨਤਾ ਦਾ ਹਨੇਰਾ ਇਹ ਖਲੋ ਨਹੀਂ ਸਕਦਾ। ਇਹ ਸਮੁੱਚੀ ਪੌੜੀ ਦਾ ਭਾਵ ਹੈ। ਹੁਣ ਅਗਲੀ 13ਵੀਂ ਪੌੜੀ ਵਿੱਚ ਭਾਈ ਸਾਹਿਬ ਜੀ ਜੋ ਗੁਰਮੁਖ ਮਾਰਗ ਹੈ ਨਾ, ਉਹਦੀ ਗੱਲ ਕਰਦੇ ਹੈ। ਕਿਸ ਤਰ੍ਹਾਂ ਦਾ ਹੈ ਇਹ ਗੁਰਮੁਖ ਮਾਰਗ? ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹੋ ਚਲਾਇਆ। ਸਤਿਗੁਰੂ ਜੀ ਸੱਚੇ ਪਾਤਸ਼ਾਹ ਹਨ। ਜਿਹੜੇ ਦੁਨੀਆ ਦੇ ਪਾਤਸ਼ਾਹ ਉਹ ਝੂਠੇ ਨੇ। ਤਾਂ ਹੀ ਤਾਂ ਸਾਹਿਬ ਨੇ ਗੁਰਬਾਣੀ ਦੇ ਵਿੱਚ ਬਚਨ ਕੀਤਾ ਹੈ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕੋਈ ਪਰਮਾਤਮਾ ਵਰਗਾ ਰਾਜਾ ਨਹੀਂ, ਗੁਰੂ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ। ਦੁਨੀਆ ਦੇ ਜਿਹੜੇ ਰਾਜੇ ਨੇ ਨਾ, ਪਾਤਸ਼ਾਹ, ਇਹ ਝੂਠੇ ਨੇ। 4 ਕੁ ਦਿਨ ਆਪਣੀ ਚੜ੍ਹਾਈ ਦੇ ਡੰਕੇ ਵਜਾਉਂਦੇ ਆ, ਇਹਨਾਂ ਦੇ ਵਾਜੇ ਵੱਜਦੇ ਹੈ, ਬਾਅਦ ਵਿੱਚ ਮਰ ਮੁੱਕ ਜਾਂਦੇ ਆ, ਕੋਈ ਪੁੱਛਦਾ ਨਹੀਂ। ਗੁਰੂ ਸੱਚਾ ਪਾਤਸ਼ਾਹ ਹੈ। ਉਦੋਂ ਵੀ ਗੁਰੂ ਨੂੰ ਲੱਖਾਂ ਨਤਮਸਤਕ ਹੁੰਦੇ ਸੀ, ਅੱਜ ਵੀ ਉਸੇ ਗੁਰੂ ਨੂੰ ਸਾਰੇ ਗੁਰੂ ਦੇ ਚਰਨਾਂ ਦੀ ਧੂੜ ਚਾਹੁੰਦੇ ਹੈ, ਨਮਸਕਾਰਾਂ ਕਰਦੇ ਹੈ, ਝੋਲੀਆਂ ਭਰਵਾਉਂਦੇ ਹੈ। ਸਤਿਗੁਰੂ ਜੀ ਸੱਚੇ ਪਾਤਸ਼ਾਹ ਹਨ। ਸੱਚੇ ਪਾਤਸ਼ਾਹ ਸਤਿਗੁਰੂ ਨੇ ਕੀ ਕੀਤਾ ਹੈ? ਗੁਰਮੁਖ ਗਾਡੀ ਰਾਹੋ ਚਲਾਇਆ। ਜਿਹੜਾ ਸਿੱਖੀ ਦਾ ਰਸਤਾ ਹੈ ਨਾ, ਗੁਰਮੁਖਾਂ ਵਾਸਤੇ ਇਹ ਗਾਡੀ ਰਾਹ ਚਲਾਇਆ, ਸੌਖਾ ਰਸਤਾ ਚਲਾਇਆ ਹੈ। ਗਾਡੀ ਰਾਹ ਕਹਿੰਦੇ ਨੇ ਸੌਖੇ ਰਸਤੇ ਨੂੰ। ਪੁਰਾਣੇ ਸਮਿਆਂ ਦੇ ਵਿੱਚ ਹੁਣ ਜੇ ਇਕੱਲੇ ਬਲਦ ਜਿਹੜੇ ਹੁੰਦੇ ਸੀ ਉਹ ਉੱਚੀਆਂ ਨੀਵੀਆਂ ਵੱਟਾਂ ਤੋਂ ਜਾਂ ਹੋਰ ਟੋਇਆਂ ਦੇ ਵਿੱਚੋਂ ਜਿੱਦਾਂ ਮਰਜ਼ੀ ਨਿਕਲ ਜਾਣ, ਪਰ ਜਿਹੜਾ ਗੱਡਾ ਹੁੰਦਾ ਸੀ, ਗੱਡੀ ਕਹਿ ਲਓ, ਗੱਡਾ ਕਹਿ ਲਓ, ਉਹਨੂੰ ਤਾਂ ਰਾਹ ਚਾਹੀਦਾ ਨਾ ਚੱਲਣ ਵਾਸਤੇ। ਜੇ ਉਹ ਟੋਏ ਦੇ ਵਿੱਚ ਡਿੱਗ ਗਿਆ ਉੱਥੋਂ ਉਹਨੇ ਨਿਕਲਣਾ ਨਹੀਂ। ਤਾਂ ਖਾਸ ਰਸਤਾ ਪੱਧਰਾ ਜਿਹਦੇ 'ਤੇ ਗੱਡੀ ਜਾਂ ਗੱਡਾ ਸੌਖਾ ਚੱਲਦਾ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਜਿਹੜਾ ਗੁਰਮੁਖਾਂ ਦਾ ਰਸਤਾ ਹੈ ਨਾ, ਗੁਰਸਿੱਖੀ ਮਾਰਗ ਜਿਹੜਾ ਹੈ, ਇਹ ਮਹਾਰਾਜ ਨੇ ਗਾਡੀ ਰਾਹ, ਇਹ ਸੌਖਾ ਰਸਤਾ ਚਲਾਇਆ ਹੈ। ਅਤੇ ਹਕੀਕਤ ਇਹ ਹੈ ਸੌਖਾ। ਜਦੋਂ ਅਸੀਂ ਇੱਥੇ ਵੇਖਦੇ ਹਾਂ, ਲੋਕ ਤਾਮਸੀ ਤਪ ਕਰਦੇ ਹੁੰਦੇ ਸੀ, ਸਰੀਰ ਨੂੰ ਹੀ ਕਸ਼ਟ ਦੇਈ ਜਾਣ। ਕੋਈ ਪੁੱਠਾ ਲਮਕਿਆ ਹੋਇਆ ਹੈ, ਰੱਬ ਮਿਲ ਜਾਏ। ਇਸੇ ਤਰ੍ਹਾਂ ਕੋਈ ਪਾਣੀ ਦੇ ਵਿੱਚ ਖੜ ਖੜ ਕੇ ਜਲ ਧਾਰੇ ਕਰ ਰਿਹਾ ਹੈ। ਕੋਈ ਗਰਮੀਆਂ ਦੇ ਵਿੱਚ ਵੀ ਆਲੇ ਦੁਆਲੇ ਅੱਗ ਦੀਆਂ ਧੂਣੀਆਂ ਬਣਾ ਕੇ ਵਿੱਚ ਬੈਠਾ ਹੋਇਆ ਹੈ। ਕਿਸੇ ਨੇ ਕੋਈ ਆਸਣ ਲਾਇਆ ਹੋਇਆ ਹੈ, ਤਾਂ ਬਹੁਤ ਉਹ ਸਰੀਰ ਨੂੰ ਦੁੱਖ ਦਿੰਦੇ ਹੈ। ਅਤੇ ਮਹਾਰਾਜ ਦਾ ਜਿਹੜਾ ਇਹ ਰਸਤਾ ਗੁਰਸਿੱਖੀ ਤਾਂ ਬਹੁਤ ਸੌਖਾ ਹੈ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬਾਣੀ ਪੜ੍ਹੋ, ਸ਼ਬਦ ਦੇ ਵਿੱਚ ਜੁੜੋ।
ਤੇ ਆਪਣੀ ਕਿਰਤਕਾਰ ਕੰਮਕਾਰ ਵਿਹਾਰ ਜੋ ਕਰਨੇ ਹੈ ਬੰਦਾ ਕਰੇ। ਸ਼ਾਮ ਨੂੰ ਫਿਰ ਨਿਰਲੇਪ ਹੋ ਜਾਵੇ। ਰਹਿਰਾਸ ਸਾਹਿਬ ਦਾ ਵਕਤ ਆਇਆ, ਸਮਾਂ ਰਹਿਰਾਸ ਕਰਦਾ ਹੈ। ਸੌਣ ਲੱਗਿਆਂ ਕੀਰਤਨ ਸੋਹਲੇ ਦੀ ਬਾਣੀ ਦਾ ਜਾਪ, ਇਹ ਤਾਂ ਰਸਤਾ ਬਹੁਤ ਸੌਖਾ ਹੈ। ਦੂਜੇ ਪਾਸੇ ਅਸੀਂ ਵੇਖਦੇ ਹਾਂ, ਪਰ ਇਸ ਸੌਖੇ ਰਸਤੇ ਨੂੰ ਵੀ ਇਹ ਵੀ ਕਈਆਂ ਨੂੰ ਔਖਾ ਲੱਗਦਾ ਵੀ ਇਹ ਕੰਮ ਬੜਾ ਔਖਾ ਹੈ। ਜਦੋਂ ਅਸੀਂ ਹੋਰ ਪਾਸੇ ਵੇਖਾਂਗੇ ਨਾ, ਤਾਮਸੀ ਤਪ ਜਿਵੇਂ ਲੋਕ ਕਰਦੇ ਸੀ, ਅਤੇ ਮਹਾਰਾਜ ਕਹਿੰਦੇ ਫਿਰ ਇੱਧਰ ਵੇਖ, ਫਿਰ ਪਤਾ ਲੱਗੇਗਾ ਇਹ ਸੌਖਾ ਸੀ ਕਿ ਉਹ। ਸੋ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਨੇ ਗੁਰਸਿੱਖੀ ਦਾ ਮਾਰਗ ਜਿਹੜਾ ਨਾ ਗੁਰਮੁਖਾਂ ਦੇ ਚੱਲਣ ਵਾਸਤੇ ਬੜਾ ਸੌਖਾ ਇਹ ਰਸਤਾ ਬਣਾਇਆ ਹੈ, ਬਹੁਤ ਸੌਖਾ ਰਸਤਾ ਇਹ ਚਲਾਇਆ ਹੈ। ਪੰਚ ਦੂਤ ਕਰ ਭੂਤ ਵਸ, ਦੁਰਮਤ ਦੂਜਾ ਭਾਉ ਮਿਟਾਇਆ। ਪੰਜ ਦੂਤ ਜਿਹੜੇ ਨੇ, ਪੰਚ ਦੂਤ ਕਰ ਭੂਤ ਵਸ, ਇਹ ਭੂਤਾਂ ਵਰਗੇ ਹੈ ਪੰਜੇ ਦੂਤ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਭੂਤ ਤਾਂ ਬੰਦੇ ਨੂੰ ਚੰਬੜੇ ਹੋਏ ਹੈ, ਜਿਸ ਕਰਕੇ ਬੰਦਾ ਦੁਖੀ ਰਹਿੰਦਾ ਹੈ। ਇਹ ਭਰਮਾਈ ਛੱਡਦੇ ਆ, ਕਦੇ ਕਿਸੇ ਪਾਸੇ ਭਟਕਾਉਂਦੇ ਹੈ, ਕਦੇ ਕਿਸੇ ਪਾਸੇ ਭਟਕਾਉਂਦੇ ਹੈ। ਭੂਤਾਂ ਵਾਂਗ ਜਿਹੜੇ ਦੁਖਦਾਈ ਨੇ ਨਾ ਪੰਜ ਦੂਤ, ਇਹਨਾਂ ਪੰਜਾਂ ਹੀ ਦੂਤਾਂ ਨੂੰ ਵਸ ਕਰ ਲਿਆ ਹੈ ਗੁਰਮੁਖ ਨੇ। ਦੁਰਮਤ ਦੂਜਾ ਭਾਉ ਮਿਟਾਇਆ, ਅਤੇ ਗੁਰੂ ਨੇ ਕਿਰਪਾ ਕਰਕੇ ਗੁਰਮੁਖ ਦੇ ਅੰਦਰੋਂ ਦੁਰਮਤ ਭੈੜੀ ਮੱਤ ਅਤੇ ਦੂਜਾ ਭਾਉ ਜਿਹੜਾ ਅਲਪ ਸ਼ਕਤੀਆਂ ਦਾ ਉਪਾਸ਼ਕ, ਉਹਨਾਂ ਦਾ ਜਿਹੜਾ ਪ੍ਰੇਮ ਹੈ ਨਾ, ਜਾਂ ਮਾਇਆ ਦਾ ਪ੍ਰੇਮ, ਉਹ ਗੁਰੂ ਨੇ ਗੁਰਮੁਖ ਦੇ ਹਿਰਦੇ ਵਿੱਚੋਂ ਮੇਟ ਦਿੱਤਾ ਹੈ। ਸ਼ਬਦ ਸੁਰਤ ਲਿਵ ਚੱਲਣਾ, ਜਮ ਜਾਗਾਤੀ ਨੇੜ ਨ ਆਇਆ। ਅਤੇ ਗੁਰਮੁਖ ਪਿਆਰੇ ਕੀ ਕਰਦੇ ਨੇ? ਸ਼ਬਦ ਸੁਰਤ ਲਿਵ ਚੱਲਣਾ, ਸ਼ਬਦ ਦੀ ਸੁਰਤ ਗਿਆਤ ਦੇ ਵਿੱਚ ਲਿਵ ਲਾ ਕੇ ਚੱਲਦੇ ਹੈ, ਅਥਵਾ ਸ਼ਬਦ ਦੇ ਵਿੱਚ ਸ੍ਰੇਸ਼ਟ ਪ੍ਰੀਤੀ ਕਰਦੇ ਹੈ ਅਤੇ ਸ਼ਬਦ ਦੇ ਵਿੱਚ ਆਪਣੀ ਲਿਵ ਲਾ ਕੇ ਰੱਖਦੇ ਹੈ। ਇਸ ਤਰ੍ਹਾਂ ਉਹ ਚੱਲਦੇ ਹੈ। ਜਮ ਜਾਗਾਤੀ ਨੇੜ ਨਾ ਆਇਆ, ਜਿਹੜਾ ਜਮ ਜਗਾਤੀ ਹੈ ਨਾ, ਮਸੂਲ ਲੈਣ ਵਾਲਾ, ਜਾਗਾਤੀ ਕਹਿੰਦੇ ਕਰ ਲੈਣ ਵਾਲੇ ਨੂੰ। ਅੱਜ ਉਹਦਾ ਰੂਪ ਬਦਲ ਗਿਆ ਹੈ। ਟੈਕਸ ਤਾਂ ਅੱਜ ਵੀ ਸਰਕਾਰਾਂ ਲੈਂਦੀਆਂ ਨੇ, ਪਹਿਲਾਂ ਵਿਸ਼ੇਸ਼ ਚੁੰਗੀਆਂ ਹੁੰਦੀਆਂ ਸੀ, ਜਾਂ ਵਿਸ਼ੇਸ਼ ਜਿਹੜੇ ਰਾਜਿਆਂ ਦੇ ਅਹਿਲਕਾਰ ਹੁੰਦੇ ਸੀ, ਕਿਸੇ ਇਲਾਕੇ ਦਾ ਦੌਰਾ ਕਰਦੇ ਸੀ, ਵਿਸ਼ੇਸ਼ ਉਹ ਕਰ ਲੈਂਦੇ ਹੁੰਦੇ ਸੀ। ਇੱਥੋਂ ਤੱਕ ਕਿ ਧਰਮ ਸਥਾਨਾਂ 'ਤੇ ਜਾਣ 'ਤੇ ਉਦੋਂ ਵੀ ਕਰ ਲੱਗਦਾ ਸੀ, ਮਸੂਲ ਲੱਗਦਾ ਸੀ, ਲੋਕਾਂ ਨੂੰ ਦੇਣਾ ਪੈਂਦਾ ਸੀ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਗਏ ਨਾ ਤੀਰਥਾਂ 'ਤੇ, ਉੱਥੇ ਲੋਕਾਂ ਨੂੰ ਉਪਦੇਸ਼ ਦੇਣ, ਤੀਰਥਾਂ ਨੂੰ ਪਵਿੱਤਰ ਕਰਨ, ਤਾਂ ਕਿਸੇ ਨੂੰ ਵੀ ਕਰ ਨਹੀਂ ਸੀ ਦੇਣਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਦਾ ਤੇਜ ਪ੍ਰਤਾਪ ਹੀ ਇੰਨਾ ਸੀ, ਉੱਦਾਂ ਹੀ ਸਾਰਿਆਂ ਨੂੰ ਲੰਘਾ ਦਿੱਤਾ। ਸੋ ਜਿਹੜੇ ਜਮ ਨੇ ਨਾ, ਇਹ ਮਸੂਲੀਏ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸ਼ਬਦ ਦੇ ਨਾਲ ਜਿਹੜਾ ਜੁੜਿਆ ਨਾ ਗੁਰਮੁਖ ਪਿਆਰਾ, ਜਮ ਜਗਾਤੀ ਜਿਹੜੇ ਹੈ ਉਹਦੇ ਨੇੜੇ ਨਹੀਂ ਆਉਂਦੇ। ਬੇਮੁਖ ਬਾਰਹਿ ਵਾਟ ਕਰ, ਸਾਧ ਸੰਗਤ ਸੱਚਖੰਡ ਵਸਾਇਆ। ਜਿਹੜੇ ਗੁਰੂ ਤੋਂ ਬੇਮੁਖ ਨੇ, ਬਾਰਹਿ ਵਾਟ ਕਰ, ਉਹ ਜਿਹੜੇ 12 ਜੋਗੀਆਂ ਦੇ ਪੰਥ ਨੇ ਨਾ, ਉਹਨਾਂ ਦੇ ਆਈ ਪੰਥ ਹੈ, ਖਨੀਫਾ ਪੰਥ ਹੈ, ਇਸ ਤਰ੍ਹਾਂ ਵੱਖਰੇ ਉਹਨਾਂ ਦੇ ਉੱਤੇ ਭਟਕਦੇ ਰਹਿੰਦੇ ਹੈ। ਬੇਮੁਖ ਬਾਰਹਿ ਵਾਟ ਕਰ, ਸਾਧ ਸੰਗਤ ਸੱਚਖੰਡ ਵਸਾਇਆ। ਬੇਮੁਖ ਲੋਕ ਜੋਗੀਆਂ ਦੇ 12 ਪੰਥਾਂ ਦੇ ਵਿੱਚ ਤੁਰੇ ਫਿਰਦੇ ਹੈ। ਕੋਈ ਕੰਨ ਪੜਵਾ ਕੇ ਮੁੰਦਰਾਂ ਪਾਈ ਫਿਰਦਾ ਹੈ, ਕੋਈ ਸਵਾਹ ਮਲੀ ਫਿਰਦਾ ਹੈ, ਅਤੇ ਇਸ ਤਰ੍ਹਾਂ ਦੁੱਖ ਸਹਾਰਦੇ ਹੈ। ਪਰ ਜੋ ਸਾਧ ਸੰਗਤ ਦੇ ਵਿੱਚ ਆਇਆ ਹੈ, ਸੱਚਖੰਡ ਵਸਾਇਆ, ਗੁਰੂ ਨੇ ਕਿਰਪਾ ਕਰਕੇ ਉਸ ਨੂੰ ਸੱਚਖੰਡ ਵਿੱਚ ਵਸਾ ਦਿੱਤਾ। ਸਾਧ ਸੰਗਤ ਇਹ ਸੱਚਖੰਡ ਹੈ। ਇਸ ਸੱਚਖੰਡ ਦੇ ਵਿੱਚ ਵਸ ਕੇ ਫਿਰ ਉਹ ਨਿਰੰਕਾਰ ਦੇ ਦੇਸ਼ ਸੱਚਖੰਡ ਦੇ ਵਿੱਚ ਵਸ ਜਾਂਦਾ ਹੈ। ਗੁਰੂ ਉੱਥੇ ਵਸਾ ਦਿੰਦਾ ਹੈ। ਭਾਉ ਭਗਤ ਭਾਉ ਮੰਤਰ ਦੇ, ਨਾਮਦਾਨ ਇਸਨਾਨ ਦਿਰੜਾਇਆ। ਗੁਰੂ ਨੇ ਗੁਰਮੁਖ ਦੇ ਉੱਤੇ, ਸਿੱਖ ਦੇ ਉੱਤੇ ਕੀ ਕਿਰਪਾ ਕੀਤੀ ਹੈ?
ਭਾਈ ਸਾਹਿਬ ਜੀ ਕਹਿੰਦੇ ਗੁਰੂ ਨੇ ਇਹ ਰਹਿਮਤ ਕੀਤੀ ਹੈ, ਸਿੱਖ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਭਉ, ਜਿਹਨੂੰ ਨਿਰਮਲ ਭੈ, ਭਉ ਦਾ ਅਰਥ ਹੁੰਦਾ ਡਰ। ਸਿੱਖ ਦੇ ਅੰਦਰ ਦੁਨੀਆ ਦਾ ਕੋਈ ਡਰ ਨਹੀਂ, ਗੁਰੂ ਦਾ, ਪਰਮੇਸ਼ਰ ਦਾ ਡਰ ਹੈ। ਅਤੇ ਇਹ ਡਰ, ਇਸ ਡਰ ਨੂੰ ਪਵਿੱਤਰ ਡਰ ਕਿਹਾ ਜਾਂਦਾ, ਨਿਰਮਲ ਭੈ ਕਿਹਾ ਜਾਂਦਾ। ਅਤੇ ਜਿਸ ਮਨੁੱਖ ਦੇ ਅੰਦਰ ਗੁਰੂ ਪਰਮਾਤਮਾ ਦਾ ਡਰ ਹੋਵੇਗਾ, ਉਹ ਜੀਵਨ ਵਿੱਚ ਸ਼ੁਭ ਕਰਮ ਹੀ ਕਰੇਗਾ, ਕਦੇ ਵੀ ਮੰਦੇ ਕਰਮ ਉਹ ਨਹੀਂ ਕਰਦਾ। ਸੋ ਪਰਮੇਸ਼ਰ ਦਾ ਭੈ, ਪ੍ਰੇਮ ਅਤੇ ਭਗਤੀ ਦਾ ਮੰਤਰ ਦੇ ਕੇ ਉਸ ਨੂੰ ਨਾਮ, ਦਾਨ ਅਤੇ ਇਸ਼ਨਾਨ, ਇਹ ਗੁਰੂ ਨੇ ਦ੍ਰਿੜ ਕਰਵਾਇਆ ਹੈ। ਜਿਹੜਾ ਗੁਰੂ ਦੇ ਦਰ 'ਤੇ, ਗੁਰੂ ਦੀ ਚਰਨ ਸ਼ਰਨ ਵਿੱਚ ਆ ਗਿਆ, ਸੋ ਇਸ ਤਰ੍ਹਾਂ ਨਾਮ, ਦਾਨ ਅਤੇ ਇਸ਼ਨਾਨ, ਗੁਰਮੁਖ ਨਾਮ, ਦਾਨ, ਇਸ਼ਨਾਨ, ਨਾਮ ਵੀ ਜਪਦਾ ਹੈ, ਜਥਾ ਸ਼ਕਤ ਦਾਨ ਕਰਦਾ ਹੈ, ਅਤੇ ਇਸ਼ਨਾਨ ਜਿੱਥੇ ਤਨ ਦਾ ਉੱਥੇ ਮਨ ਦਾ ਵੀ ਕਰਦਾ ਹੈ। ਜਿਉਂ ਜਲ ਅੰਦਰ ਕਮਲ ਹੈ, ਮਾਇਆ ਵਿੱਚ ਉਦਾਸ ਰਹਾਇਆ। ਅਤੇ ਗੁਰਮੁਖ ਪਿਆਰਾ ਸੰਸਾਰ ਵਿੱਚ ਰਹਿੰਦਾ ਹੋਇਆ ਮਾਇਆ ਵਿੱਚ ਉਦਾਸ ਕਿਵੇਂ ਰਹਿੰਦਾ ਹੈ? ਜਿਉਂ ਜਲ ਅੰਦਰ ਕਮਲ ਹੈ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਜਲ ਦੇ ਵਿੱਚ, ਪਾਣੀ ਦੇ ਵਿੱਚ ਕੌਲ ਦਾ ਫੁੱਲ ਹੈ, ਕਮਲ ਫੁੱਲ, ਉਹ ਹੈ ਤਾਂ ਪਾਣੀ ਵਿੱਚ, ਪਰ ਪਾਣੀ ਤੋਂ ਨਿਰਲੇਪ ਹੁੰਦਾ ਹੈ। ਉਹਦੀਆਂ ਜੜ੍ਹਾਂ ਪਾਣੀ ਵਿੱਚ ਨੇ ਹੇਠਾਂ, ਪਰ ਉਹ ਪਾਣੀ ਤੋਂ ਉੱਪਰ ਹੈ। ਪੰਖੜੀਆਂ ਉਹਦੀਆਂ ਖਿੜੀਆਂ ਹੋਈਆਂ ਨੇ, ਪਾਣੀ ਦੀ ਕੋਈ ਬੂੰਦ ਵੀ ਪਵੇ, ਉਹ ਤਿਲਕ ਕੇ ਝੱਟ ਦੂਰ ਹੋ ਜਾਂਦੀ ਹੈ। ਜਿਵੇਂ ਜਿਵੇਂ ਪਾਣੀ ਉੱਪਰ ਨੂੰ ਵੱਧਦਾ ਹੈ, ਤਿਵੇਂ ਤਿਵੇਂ ਉਹ ਕੌਲ ਫੁੱਲ ਉਹ ਹੋਰ ਉੱਚਾ ਹੋਈ ਜਾਂਦਾ ਹੈ। ਸੋ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਮਾਇਆ ਵਿੱਚ ਰਹਿੰਦੇ, ਸੰਸਾਰ ਵਿੱਚ ਰਹਿੰਦੇ, ਮੋਹ ਤੋਂ ਨਿਰਲੇਪ ਹਨ। ਲੱਖਾਂ ਮਾਇਆ, ਲੱਖਾਂ ਧਨ ਆਉਂਦਾ ਹੈ, ਪਰ ਉਹਦੇ ਨਾਲ ਮੋਹ ਨਹੀਂ। ਜਿੱਥੇ ਕੰਮ ਕਾਰ ਉਹਦਾ ਆਪਣਾ, ਉੱਥੇ ਲਾਈ ਜਾਂਦਾ ਹੈ, ਕਿਰਤ ਕਰਦਾ ਹੈ, ਜਥਾ ਸ਼ਕਤ ਦਾਨ ਕਰੀ ਜਾਂਦਾ ਹੈ। ਕਦੇ ਇਸ ਮਾਇਆ ਨੂੰ ਵੇਖ ਕੇ ਨਾ ਉਹ ਹੰਕਾਰੀ ਨਹੀਂ ਹੁੰਦਾ, ਹੰਕਾਰ ਨਹੀਂ ਕਰਦਾ। ਇਹੀ ਕਹਿੰਦਾ ਸਾਰਾ ਕੁਝ ਮਾਲਕ ਦਾ ਦਿੱਤਾ ਹੈ, ਮੈਂ ਕੌਣ ਹਾਂ। ਹੰਕਾਰ ਕਰਨ ਵਾਲੇ ਤਾਂ ਡੁੱਬ ਜਾਂਦੇ ਹੈ। ਸੋ ਇਸ ਤਰ੍ਹਾਂ ਉਹ ਨਿਰਲੇਪ ਰਹਿੰਦਾ ਹੈ। ਆਪ ਗਵਾਏ ਨਾ ਆਪ ਗਣਾਇਆ। ਗੁਰਮੁਖ ਨੇ ਆਪਣੇ ਅੰਦਰੋਂ ਮੈਂ ਮੇਰੀ ਨੂੰ ਮੁਕਾਇਆ ਹੋਇਆ ਹੈ, ਹਉਮੈ ਨੂੰ ਖਤਮ ਕੀਤਾ ਹੋਇਆ ਹੈ, ਅਤੇ ਉਹ ਨਿਰੰਕਾਰ ਹੋ ਕੇ, ਨਿਰਹੰਕਾਰ ਹੋ ਕਰਕੇ ਫਿਰ ਨਾ ਆਪ ਗਣਾਇਆ, ਆਪਣੇ ਆਪ ਨੂੰ ਜਣਾਉਂਦਾ ਨਹੀਂ। ਇੱਥੇ ਬੰਦੇ ਕੋਲ 4 ਕੁ ਪੈਸੇ ਆ ਜਾਣ, ਉਹ ਦੂਜਿਆਂ ਨੂੰ ਜਣਾਉਂਦਾ ਹੈ, ਮੈਂ ਧਨਵਾਨ ਹਾਂ, ਮੈਂ ਅਮੀਰ ਹਾਂ। ਪਰ ਗੁਰਮੁਖ ਪਿਆਰਾ ਬਿਲਕੁਲ ਨਹੀਂ ਜਣਾਉਂਦਾ। ਸੰਸਾਰੀ ਤੌਰ 'ਤੇ ਜੇ ਧਨ ਦੌਲਤ ਆਈ ਕੋਲ ਤਾਂ ਵੀ, ਅਤੇ ਜੇ ਕੋਈ ਰੂਹਾਨੀਅਤ ਬਲ ਆਇਆ ਹੈ ਤਾਂ ਵੀ ਉਹ ਜਣਾਉਂਦਾ ਨਹੀਂ ਹੈ। ਉਹ ਬਿਲਕੁਲ ਨਿਰਮਾਣਤਾ ਦੇ ਵਿੱਚ ਰਹਿੰਦਾ ਹੈ। ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ, ਦੁਨੀਆ ਦੇ ਵਿੱਚ ਕਿਸੇ ਨੂੰ ਦੌਲਤ ਮਿਲੇ ਜਾਂ ਕਿਸੇ ਦੇ ਧੀ ਪੁੱਤਰ ਦਾ ਵਿਆਹ ਹੋਵੇ, ਬੰਦਾ ਖੁਸ਼ ਬਹੁਤ ਹੁੰਦਾ ਹੈ, ਅਤੇ ਉਸ ਖੁਸ਼ੀ ਦੇ ਵਿੱਚ ਫਿਰ ਉਹ ਗੁਰੂ ਦੇ ਹੁਕਮ ਦੀ ਪਾਲਣਾ ਨਹੀਂ ਕਰਦਾ, ਰੱਬ ਨੂੰ, ਗੁਰੂ ਨੂੰ ਭੁੱਲ ਜਾਂਦਾ ਹੈ। ਅਤੇ ਜਦੋਂ ਉਹਦੀ ਦੌਲਤ ਚਲੀ ਜਾਂਦੀ ਹੈ ਜਾਂ ਕਿਸੇ ਦਾ ਵਿਛੋੜਾ ਹੁੰਦਾ ਹੈ, ਉਦੋਂ ਫਿਰ ਦੁਖੀ ਹੋ ਕੇ ਰੋਂਦਾ ਹੈ, ਰੱਬ ਨੂੰ ਉਲਾਂਭੇ ਦਿੰਦਾ ਹੈ। ਪਰ ਸਾਧ ਸੰਗਤ ਜਿਹੜੀ ਹੈ ਨਾ, ਇਹਦੇ ਵਿੱਚ ਸਦਾ ਹੀ ਆਨੰਦ ਹੈ, ਖੁਸ਼ੀ ਹੈ, ਖੇੜਾ ਹੈ। ਸੋ ਭਾਈ ਸਾਹਿਬ ਜੀ ਸਾਨੂੰ ਸਮਝਾਉਂਦੇ ਹੈ, ਰਾਜਾ ਪਰਜਾ ਹੋਏ ਕੈ, ਚਾਕਰ ਕੂਕਰ ਦੇਸ ਦੁਹਾਈ। ਕੋਈ ਰਾਜਾ ਹੈ ਅਤੇ ਕੋਈ ਪਰਜਾ ਹੈ। ਜਿਹੜੀ ਸ੍ਰਿਸ਼ਟੀ ਹੈ ਨਾ, ਸ੍ਰਿਸ਼ਟੀ ਦੇ ਲੋਕ, ਇਹ ਰਾਜਾ ਅਤੇ ਪਰਜਾ ਹੋ ਕੇ ਵਰਤਦੇ ਹੈ। ਇੱਕ ਰਾਜਾ ਹੈ, ਬਾਕੀ ਉਹਦੀ ਪਰਜਾ ਹੈ, ਆਪੋ ਆਪਣੇ ਕੰਮ ਕਰਦੇ ਹੈ। ਚਾਕਰ ਕੂਕਰ ਦੇਸ ਦੁਹਾਈ। ਅਤੇ ਜਿਹੜੇ ਰਾਜੇ ਦੇ ਚਾਕਰ ਨੌਕਰ ਨੇ, ਉਹ ਕੂਕਰ ਦੀ ਨਿਆਈ ਸਾਰੇ ਦੇਸ਼ ਵਿੱਚ ਰਾਜੇ ਦੀ ਦੁਹਾਈ ਫੇਰਦੇ ਹੈ। ਰਾਜੇ ਦਾ ਆ ਹੁਕਮ ਹੈ, ਤੁਸੀਂ ਹੁਕਮ ਮੰਨੋ। ਜਿਵੇਂ ਕੂਕਰ ਭੌਂਕਦਾ ਹੈ, ਇਸ ਤਰ੍ਹਾਂ
ਉਹ ਜਿਹੜੇ ਰਾਜੇ ਦੇ ਅਹਿਲਕਾਰ ਨੇ ਨਾ, ਉਹ ਕੂਕਰ ਦੀ ਨਿਆਈ ਰਾਜੇ ਦੀ ਦੁਹਾਈ ਸਾਰੇ ਦੇਸ਼ ਵਿੱਚ ਫੇਰਦੇ ਹੈ। ਜੰਮਦਿਆਂ ਰੁਣ ਝੁੰਝਣਾ, ਨਾਨਕ ਦਾਦਕ ਹੋਏ ਵਧਾਈ। ਇਸੇ ਤਰ੍ਹਾਂ ਇੱਥੇ ਸੰਸਾਰ ਦੇ ਵਿੱਚ ਜਦੋਂ ਕਿਸੇ ਦਾ ਜਨਮ ਹੁੰਦਾ ਹੈ, ਕਿਸੇ ਦੇ ਘਰ ਵਿੱਚ ਪੁੱਤਰ ਨੇ ਜਾਂ ਧੀ ਨੇ ਜਨਮ ਲਿਆ, ਜੰਮਦਿਆਂ ਰੁਣ ਝੁੰਝਣਾ, ਅਤੇ ਜਨਮ ਲੈਂਦਿਆਂ ਸਾਰ ਘਰ ਵਿੱਚ ਆਨੰਦ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਹੈ, ਮੰਗਲਾਚਾਰ ਹੁੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਵੇਖੋ ਫਿਰ ਕੀ ਹੁੰਦਾ ਹੈ, ਨਾਨਕ ਦਾਦਕ ਹੋਏ ਵਧਾਈ। ਨਾਨਕਿਆਂ ਅਤੇ ਦਾਦਕਿਆਂ ਵਿੱਚ ਵਧਾਈਆਂ ਹੁੰਦੀਆਂ ਨੇ। ਲੋਕ ਨਾਨਕਿਆਂ ਨੂੰ ਵੀ ਵਧਾਈਆਂ ਦਿੰਦੇ ਹੈ, ਦਾਦਕਿਆਂ ਨੂੰ ਵਧਾਈਆਂ ਦਿੰਦੇ ਹੈ। ਨਾਨਕੇ ਦਾਦਕੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੈ ਜਦੋਂ ਘਰ ਵਿੱਚ ਜਨਮ ਹੁੰਦਾ ਹੈ ਕਿਸੇ ਦਾ। ਸੋ ਭਾਈ ਸਾਹਿਬ ਜੀ ਕਹਿੰਦੇ ਖੁਸ਼ੀ ਕਰਦੇ ਨੇ ਲੋਕ, ਬਹੁਤ ਖੁਸ਼ ਹੁੰਦੇ ਹੈ। ਵੀਵਾਹਾਂ ਨੂੰ ਸਿੱਠਣੀਆਂ, ਦੁਹੀ ਵਲੀ ਦੋਏ ਤੂਰ ਵਜਾਈ। ਫਿਰ ਜਦੋਂ ਧੀਆਂ ਪੁੱਤਰ ਵੱਡੇ ਹੁੰਦੇ ਆ, ਜਵਾਨ ਹੁੰਦੇ ਆ, ਵਿਆਹੁਣ ਯੋਗ ਹੋ ਜਾਂਦੇ ਹੈ, ਫਿਰ ਜਦੋਂ ਵਿਆਹ ਹੁੰਦਾ ਨਾ, ਵੀਵਾਹਾਂ ਨੂੰ ਸਿੱਠਣੀਆਂ, ਵਿਆਹਾਂ ਦੇ ਵਿੱਚ ਸਿੱਠਣੀਆਂ ਮਿਲਦੀਆਂ ਨੇ। ਗਾ ਗਾ ਕੇ ਨਾ ਉਹ ਨਾਨਕਿਆਂ ਵਾਲੇ ਦਾਦਕਿਆਂ ਨੂੰ ਅਤੇ ਦਾਦਕੇ ਨਾਨਕਿਆਂ ਨੂੰ, ਉਹ ਹੁੰਦੀਆਂ ਤਾਂ ਇੱਕ ਹਿਸਾਬ ਦੀਆਂ ਗਾਲਾਂ ਹੀ ਨੇ, ਪਰ ਉਦੋਂ ਉਹ ਕੋਈ ਉਹਦਾ ਗੁੱਸਾ ਨਹੀਂ ਕਰਦਾ। ਸਿੱਠਣੀਆਂ ਦਿੰਦੇ ਆ ਇੱਕ ਦੂਜੇ ਨੂੰ। ਵੀਵਾਹਾਂ ਨੂੰ ਸਿੱਠਣੀਆਂ, ਦੁਹੀ ਵਲੀ ਦੋਏ ਤੂਰ ਵਜਾਈ। ਅਤੇ ਦੁਵੱਲਿਓਂ ਹੀ, ਦੋਹਾਂ ਹੀ ਪਾਸਿਆਂ ਤੋਂ ਵਾਜੇ ਵੱਜਦੇ ਹੈ, ਲੋਕ ਖੁਸ਼ੀ ਮਨਾਉਂਦੇ ਹੈ ਵਿਆਹਾਂ 'ਤੇ। ਰੋਵਣ ਪਿੱਟਣ ਮੁਇਆ ਨੂੰ, ਵੈਣ ਅਲਾਹਣ ਧੁੰਮ ਧੁਮਾਈ। ਵਿਆਹਾਂ ਦੇ ਵਿੱਚ ਸਿੱਠਣੀਆਂ, ਖੁਸ਼ੀਆਂ ਅਤੇ ਵਾਜੇ ਵੱਜਦੇ ਹੈ। ਅਤੇ ਫਿਰ ਜਦੋਂ ਮੌਤ ਹੁੰਦੀ ਹੈ ਨਾ, ਰੋਵਣ ਪਿੱਟਣ ਮੁਇਆ ਨੂੰ, ਉਹਨਾਂ ਮਰਿਆਂ ਹੋਇਆਂ ਨੂੰ ਫਿਰ ਰੋਂਦੇ ਹੈ, ਪਿੱਟਦੇ ਹੈ, ਵੈਣ ਪਾਉਂਦੇ ਹੈ। ਅਲਾਹਣ, ਅਲਾਹਣੀਆਂ, ਮੌਤ ਦੇ ਗੀਤ ਜਿਹੜੇ ਹੈ, ਪਹਿਲੋਂ ਨੈਣ ਹੁੰਦੀ ਸੀ, ਉਹ ਖਾਸ ਤਰੀਕੇ ਨਾਲ ਹੇਕ ਲਾ ਕੇ ਦੱਸਦੀ ਹੁੰਦੀ ਸੀ ਵੀ ਇਸ ਤਰ੍ਹਾਂ ਵੈਣ ਪਾਉਣੇ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਸਾਨੂੰ ਸ਼ਬਦ ਨਾਲ ਜੋੜਿਆ ਹੋਇਆ ਨਾ। ਅਲਾਹਣੀਆਂ ਸਿਰਲੇਖ ਹੇਠ ਮਹਾਰਾਜ ਨੇ ਬਾਣੀ ਉਚਾਰ ਦਿੱਤੀ। ਮਹਾਰਾਜ ਕਹਿੰਦੇ ਤੁਸੀਂ ਰੋਣਾ ਪਿੱਟਣਾ ਨਹੀਂ, ਤੁਸੀਂ ਆਹ ਸ਼ਬਦ ਪੜ੍ਹਨੇ ਨੇ। ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੇ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਅਤੇ ਅੱਜ ਗੁਰਮਤਿ ਦੀ ਮਰਿਆਦਾ ਅਸੀਂ ਅਲਾਹਣੀਆਂ ਪੜ੍ਹਦੇ ਹਾਂ। ਇਸੇ ਤਰ੍ਹਾਂ ਮਹਾਰਾਜ ਨੇ ਘੋੜੀਆਂ ਸਿਰਲੇਖ ਹੇਠ ਬਾਣੀ ਉਚਾਰੀ, ਸਿੱਖਿਆ ਦਿੱਤੀ ਵੀ ਆਹ ਘੋੜੀਆਂ ਪੜ੍ਹਨੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਲੋਕ ਕੀ ਕਰਦੇ ਆ, ਖੁਸ਼ੀ ਵਿੱਚ ਰੱਬ ਨੂੰ ਭੁੱਲ ਜਾਂਦੇ ਹੈ। ਅਤੇ ਜਦੋਂ ਕੋਈ ਕਿਸੇ ਦੀ ਮੌਤ ਹੁੰਦੀ ਹੈ, ਉਦੋਂ ਫਿਰ ਰੋਂਦੇ ਪਿੱਟਦੇ ਹੈ, ਗੁਰੂ ਨੂੰ ਭੁੱਲ ਜਾਂਦੇ ਹੈ, ਉਦੋਂ ਪਰਮਾਤਮਾ ਨੂੰ ਉਲਾਂਭੇ ਦਿੰਦੇ ਹੈ। ਵੈਣ ਅਲਾਹਣ ਧੁੰਮ ਧੁਮਾਈ, ਵੈਣ ਅਤੇ ਅਲਾਹਣੀਆਂ ਦੀ ਧੁੰਮ ਫਿਰ ਉਦੋਂ ਪੈਂਦੀ ਹੈ। ਸਾਧ ਸੰਗਤ ਸੱਚ ਸੋਹੇਲਾ, ਗੁਰਮੁਖ ਸਾਧ ਸੰਗਤ ਲਿਵ ਲਾਈ। ਸਾਧ ਸੰਗਤ ਦੇ ਵਿੱਚ ਸੱਚਾ ਆਨੰਦ ਹੈ। ਸੰਸਾਰ ਵਿੱਚ ਬੰਦੇ ਨੂੰ ਥੋੜ੍ਹੀ ਜਿਹੀ ਖੁਸ਼ੀ ਮਿਲੀ, ਰੱਬ ਭੁੱਲ ਜਾਂਦਾ, ਗੁਰੂ ਭੁੱਲ ਜਾਂਦਾ, ਗੁਰੂ ਦੀ ਮਰਿਆਦਾ ਭੁੱਲ ਜਾਂਦੀ ਹੈ। ਕਿਸੇ ਦਾ ਵਿਛੋੜਾ ਹੋਇਆ ਅਤੇ ਫਿਰ ਰੱਬ ਨੂੰ ਉਲਾਂਭੇ। ਪਰ ਜਿਹੜਾ ਗੁਰਮੁਖ ਹੈ ਨਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਸਾਧ ਸੰਗਤ ਵਿੱਚ ਵੱਸਦਾ ਹੈ, ਅਤੇ ਸਾਧ ਸੰਗਤ ਦੇ ਵਿੱਚ ਉਹ ਸੱਚਾ ਆਨੰਦ ਉੱਥੋਂ ਪ੍ਰਾਪਤ ਕਰਦਾ ਹੈ। ਸ਼ਬਦ ਦੇ ਨਾਲ ਜੁੜਿਆ ਹੋਇਆਂ ਉਹਨੂੰ ਸੱਚਾ ਸੁੱਖ ਮਿਲਦਾ ਹੈ। ਗੁਰਮੁਖ ਸਾਧ ਸੰਗਤ ਲਿਵ ਲਾਈ, ਗੁਰਮੁਖ ਪਿਆਰਾ ਸਾਧ ਸੰਗਤ ਦੇ ਵਿੱਚ ਲਿਵ ਲਾ ਕੇ ਰਹਿੰਦਾ ਹੈ। ਵੇਦ ਕਤੇ ਬਹੁ ਬਾਹਰਾ, ਜੰਮਣ ਮਰਨ ਅਲਿਪਤ ਰਹਾਈ। ਜਿਹੜਾ ਗੁਰਸਿੱਖੀ ਦਾ ਮਾਰਗ ਹੈ ਨਾ, ਇਹ ਵੇਦ ਅਤੇ ਕਤੇਬ ਉਹ ਤੋਂ ਵੱਖਰਾ ਹੈ। ਜੰਮਣ ਮਰਨ ਅਲਿਪਤ ਰਹਾਈ, ਸੰਸਾਰ ਵਿੱਚ ਜਨਮ ਵੀ ਅਤੇ ਮੌਤ ਵੀ ਇਹ ਚੱਲਦੇ ਰਹਿੰਦੇ ਨੇ,
ਪਰ ਗੁਰਮੁਖ ਪਿਆਰਾ ਜੰਮਣ ਮਰਨ ਵੇਲੇ ਹਰਖ ਸੋਗ ਤੋਂ ਬਿਲਕੁਲ ਨਿਰਲੇਪ ਰਹਿੰਦਾ ਹੈ, ਖੁਸ਼ੀ ਗਮੀ ਤੋਂ ਨਿਰਲੇਪ ਰਹਿੰਦਾ ਹੈ। ਇੱਕ ਰਸ ਉਹਦੀ ਬਿਰਤੀ ਸਦਾ ਹੀ ਰਹਿੰਦੀ ਹੈ। ਉਹ ਇੱਕ ਰਸ ਸਦਾ ਹੀ ਸ਼ਬਦ ਦੇ ਵਿੱਚ ਜੁੜਿਆ ਰਹਿੰਦਾ ਹੈ। ਅਥਵਾ ਜਿਹੜਾ ਆਤਮਾ ਹੈ ਵੇਦ ਕਤੇਬਹੁ ਬਾਹਰਾ, ਵੇਦ ਅਤੇ ਕਤੇਬ ਇਹਨਾਂ ਤੋਂ ਬਾਹਰ ਹੈ, ਅਤੇ ਗੁਰਮੁਖ ਜੰਮਣ ਮਰਨ ਦੇ ਵਿੱਚ ਇੱਕ ਰਸ ਰਹਿੰਦੇ ਹੈ। ਆਸਾ ਵਿੱਚ ਨਿਰਾਸ ਵਲਾਈ, ਸੋ ਜਿਹੜਾ ਇਹ ਗੁਰਮੁਖ ਮਾਰਗ ਹੈ, ਗੁਰਮੁਖ ਪਿਆਰੇ ਗੁਰਮੁਖ ਮਾਰਗ 'ਤੇ ਚੱਲਦਿਆਂ ਹੋਇਆਂ ਇਸ ਆਸਾ ਰੂਪ ਸੰਸਾਰ ਦੇ ਵਿੱਚ ਨਿਰਾਸ ਵਲਾਈ, ਨਿਰਾਸ ਹੋ ਕੇ ਰਹਿੰਦੇ ਹੈ, ਜੀਵਨ ਜਿਉਂਦੇ ਹੈ। ਭਾਵ ਇਹ ਹੈ ਵੀ ਉਸ ਸੰਸਾਰ ਦੇ ਪਦਾਰਥਾਂ ਦੇ ਨਾਲ ਮੋਹ ਨਹੀਂ ਪਾਉਂਦੇ, ਸਿਰਫ ਸ਼ਬਦ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜਦੇ ਹੈ, ਨਾਮ ਜਪਦੇ ਹੈ। ਇਸ ਤਰ੍ਹਾਂ ਆਸਾ ਰੂਪ ਇਸ ਸੰਸਾਰ ਦੇ ਵਿੱਚ ਵੱਖਰੇ ਨਿਰਲੇਪ ਹੋ ਕਰਕੇ ਰਹਿੰਦੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਇਸ ਪੌੜੀ ਦੇ ਵਿੱਚ ਸਮਝਾਇਆ ਹੈ ਵੀ ਸਾਧ ਸੰਗਤ ਦੇ ਵਿੱਚ ਹੀ ਸੱਚਾ ਸੁੱਖ ਹੈ, ਇੱਥੋਂ ਹੀ ਸੋਝੀ ਮਿਲਣੀ ਹੈ, ਇੱਥੋਂ ਹੀ ਗਿਆਨ ਮਿਲਣਾ ਹੈ। ਪਰਮ ਆਨੰਦ ਦੀ ਪ੍ਰਾਪਤੀ ਸਾਧ ਸੰਗਤ ਦੇ ਵਿੱਚੋਂ ਹੀ ਹੋਣੀ ਹੈ। ਸਤਿਗੁਰੂ ਮਿਹਰ ਕਰਨ। ਪਾਵਨ ਭਾਈ ਗੁਰਦਾਸ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਵੇਦ ਕਤੇਬਹੁ ਬਾਹਰਾ, ਜੰਮਣ ਮਰਨ ਅਲਿਪਤ ਰਹਾਈ, ਆਸਾ ਵਿੱਚ ਨਿਰਾਸ ਵਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।